ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਪੰਜ ਬਾਣੀਆਂ ਦਾ ਨਿਤਨੇਮ ਉਪਰੰਤ ਆਸਾ ਕੀ ਵਾਰ ਦੇ 8 ਛੱਕੇ ਸਲੋਕ ਪੌੜੀਆਂ ਦਾ ਆਪ ਜੀ ਨੇ ਰਾਗੀ ਭਾਈ ਸਰਬਜੀਤ ਸਿੰਘ ਤੋਂ ਕੀਰਤਨ ਸਰਵਣ ਕੀਤਾ ਹੈ। ਭੁੱਲ ਚੁੱਕ ਦੀ ਖਿਮਾ। ਆਓ ਹੁਣ ਜੋ ਗੁਰੂ ਘਰ ਜੋ ਲੜੀਵਾਰ ਕਥਾ ਰੋਜ਼ਾਨਾ ਹੁੰਦੀ ਹੈ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਸਰਬੱਤ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆਰਾ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾ। ਜਤਨ ਕਰੈ ਮਾਨੁਖ ਡਹਿਕਾਵੈ, ਓ ਅੰਤਰ ਜਾਮੀ ਜਾਣੈ। ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੈ ਨਿਰਵਾਨੈ। ਜਾਨਤ ਦੂਰ ਤੁਮ ਹੈ ਪ੍ਰਭ ਨੀਰ, ਉਤ ਤਾਕੈ ਉਤ ਤੇ ਉਤ ਭਿਖੈ। ਆਵੈ ਲੋਭੀ ਫੇਰ ਰਹਾਉ, ਜਬ ਲਗ ਟੁਟੈ ਮਹੀ ਮਨ ਭਰਮਾ। ਤਬ ਲਗ ਮੁਕਤ ਨ ਕੋਈ, ਕਹੋ ਨਾਨਕ ਦਿਆਲ ਸੁਆਮੀ। ਸੰਤ ਭਗਤ ਜਨ ਸੋਈ, ਜਬ ਲਗ ਟੁਟੈ ਮਹੀ ਮਨ ਭਰਮਾ। ਤਬ ਲਗ ਮੁਕਤ ਨ ਕੋਈ, ਕਹੋ ਨਾਨਕ ਦਿਆਲ ਸੁਆਮੀ। ਸੰਤ ਭਗਤ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਬੈਠੇ ਹਾਂ। ਇਹ ਪਾਵਨ ਸ਼ਬਦ 680 ਅੰਕ 'ਤੇ ਸੁਸ਼ੋਭਿਤ ਹੈ। ਧਨਾਸਰੀ ਰਾਗ ਹੈ, ਮਹੱਲਾ ਪੰਜਵਾਂ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਉਪਦੇਸ਼ ਦੇ ਰਹੇ ਨੇ। ਜਤਨ ਕਰੈ ਮਾਨੁਖ ਡਹਿਕਾਵੈ। ਜਿਹੜਾ ਬੰਦਾ ਹੈ ਡਹਿਕਾਵਾ ਹੁੰਦਾ ਦੂਜਿਆਂ ਨੂੰ ਧੋਖਾ ਦੇਣਾ, ਅਤੇ ਇਹ ਵੀ ਯਤਨ ਦੇ ਨਾਲ ਹੀ ਦਿੱਤਾ ਜਾਂਦਾ। ਇੱਕ ਤਾਂ ਹੁੰਦਾ ਯਤਨ ਕਰਨਾ ਬਾਣੀ ਪੜ੍ਹਨ ਲਈ, ਸੇਵਾ ਕਰਨ ਵਾਸਤੇ, ਵੀ ਅੰਮ੍ਰਿਤ ਵੇਲੇ ਉੱਠੀਏ, ਸੰਗਤ ਵਿੱਚ ਚਲੀਏ, ਇਹ ਚੰਗਾ ਯਤਨ ਹੈ। ਅਤੇ ਜਿਹੜਾ ਯਤਨ ਕਰਨਾ ਵੀ ਦੂਸਰਿਆਂ ਨੂੰ ਧੋਖਾ ਦੇਣਾ, ਉਹ ਬੜਾ ਮਾੜਾ ਯਤਨ ਹੈ।
ਇੱਕ ਯਤਨ ਕਰਦਾ ਬੰਦਾ ਮਾਇਆ ਕਮਾਉਣ ਵਾਸਤੇ, ਕਿਰਤ ਕਰਦਾ ਦਸਾਨਾਂ ਦੀ, ਠੀਕ ਹੈ, ਯਤਨ ਵਧੀਆ, ਆਪਣੀ ਮਿਹਨਤ ਕਰਦਾ, ਮਸ਼ੱਕਤ ਕਰਦਾ ਹੈ। ਹਰ ਕੰਮ ਜਿਹੜਾ ਆ ਇਹ ਹੁੰਦਾ ਤਾਂ ਯਤਨ ਦੇ ਨਾਲ ਹੀ ਹੈ। ਹੋਣਾ ਉਹ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੂੰ ਪਾਉਂਦਾ ਹੈ, ਅਤੇ ਇਹਦਾ ਜਿਹੜਾ ਯਤਨ ਆ ਨਾ ਉਹ ਨੋਟਡ ਹੋ ਜਾਂਦਾ ਵੀ ਯਤਨ ਇਹਦੀ ਭਾਵਨਾ ਕੀ ਸੀ। ਹੁਣ ਬੰਦਾ ਕਿਸੇ ਨਾਲ ਧੋਖਾ ਕਰਦਾ ਹੈ, ਨਿਰੰਕਾਰ ਧੋਖਾ ਨਹੀਂ ਹੋਣ ਦਿੰਦਾ, ਨਿਰੰਕਾਰ ਅੰਤਰਜਾਮੀ ਜਨ ਉਹ ਜਾਣਦਾ। ਸਾਡਾ ਜਿਹੜਾ ਯਤਨ ਸੀਗਾ ਉਹ ਸਾਡਾ ਮਾੜਾ ਕਰਮ ਜਿਹੜਾ ਉਹ ਨੋਟਡ ਹੋ ਗਿਆ, ਉਹਦੀ ਸਾਨੂੰ ਸਜ਼ਾ ਮਿਲਣੀ ਹੀ ਮਿਲਣੀ ਹੈ। ਦੂਜੇ ਪਾਸੇ ਮਹਾਰਾਜ ਵਾਲ ਨਹੀਂ ਮੰਗਾ ਹੋਣ ਦਿੰਦੇ, ਜਿਹਦੇ ਨਾਲ ਅਸੀਂ ਧੋਖਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਅੰਤਰਜਾਮੀ ਜਨ ਹੈ। ਪਰ ਵਿਸ਼ਵਾਸ ਹੋਣਾ ਚਾਹੀਦਾ ਮਹਾਰਾਜ 'ਤੇ, ਸੱਚੇ ਪਾਤਸ਼ਾਹ ਜੀ 'ਤੇ ਜੇ ਵਿਸ਼ਵਾਸ ਹੋਵੇ ਤਾਂ ਬੰਦਾ ਤਾਂ ਫਿਰ ਬੜੇ ਯਤਨ ਕਰਦਾ। ਮਹਾਰਾਜ ਕਹਿੰਦੇ ਇਹਦੇ ਨਾਲ ਜਨਤਾ ਕੈਵਸ ਕਿਛ ਨਹੀਂ, ਇਹਨਾਂ ਦੇ ਬਸ ਮਹਾਰਾਜ ਨੇ ਕੁਛ ਨਹੀਂ ਦਿੱਤਾ ਹੈ। ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅਤੇ ਬੰਦਾ ਬੜੀਆਂ ਛਾਲਾਂ ਮਾਰਦਾ। ਚਲੋ ਛਾਲਾਂ ਮਾਰਨੀਆਂ, ਯਤਨ ਕਰਨੇ, ਪਾਠ ਕਰੀਏ, ਸਿਮਰਨ ਕਰੀਏ, ਇਹ ਤਾਂ ਸ਼ੁਭ ਲਾਲ ਚੰਗਾ ਯਤਨ ਹੈ। ਪਰ ਦੂਸਰੇ ਦਾ ਮਾੜਾ ਕਰਨ ਦਾ ਯਤਨ ਦਾਤੀ ਮਾੜਾ ਆ। ਜੇ ਦੂਸਰੇ ਦਾ ਮਾੜਾ ਸੋਚਣਾ ਵੀ ਜਿਹੜਾ ਆ ਉਹਦੇ ਨਾਲ ਆਪਣਾ ਕੰਮ ਖਰਾਬ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਸਵਾਰ ਰੱਬ ਮਿਲਦਾ, ਆਪ ਸਵਾਰੇ ਮੈਂ ਮਿਲਿਆ ਸੁੱਖ ਹੋਏ। ਜੇ ਦੂਸਰੇ ਦਾ ਮਾੜਾ ਕਰਦਾ ਤਾਂ ਤੇਰਾ ਆਪਣਾ ਪਹਿਲੋਂ ਮਾੜਾ ਹੁੰਦਾ। ਦੂਸਰੇ ਦਾ ਚੰਗਾ ਸੋਚ ਵੀ ਲਿਆ ਨਾ, ਉਹਦਾ ਚੰਗਾ ਹੋਵੇ ਚਾਹੇ ਨਾ ਹੋਵੇ, ਤੇਰਾ ਪਹਿਲੋਂ ਚੰਗਾ ਹੋ ਜਾਣਾ। ਚੰਗਾ ਸੋਚ ਵੀ ਲਿਆ ਜੀ ਦੂਸਰੇ ਦਾ। ਇਸੇ ਕਰਕੇ ਅਸੀਸਾਂ ਦੀ ਗੱਲ ਮਹਾਰਾਜ ਬਾਣੀ 'ਚ ਕਰਦੇ ਨੇ, ਅਸੀਂ ਦੇਹੋ ਸੱਜਣ ਅਸੀਸੜੀਆਂ। ਦੂਸਰੇ ਨੂੰ ਅਸੀਸ ਦੇਵਾਂਗੇ ਤੇ ਸਾਨੂੰ ਅਸੀਸ ਮਿਲੂਗੀ। ਦੇਹੋ ਸੱਜਣ ਅਸੀਸੜੀਆਂ। ਅਸੀਂ ਦੂਸਰੇ ਪਾਸੋਂ ਤਾਂ ਅਸੀਸ ਦੀ ਆਸ ਰੱਖਦੇ ਹਾਂ, ਆਪ ਅਸੀਸ ਦੇਣ ਲੱਗਿਆ ਕੰਜੂਸਤਾਈ ਕਰਦੇ। ਕੀ ਘਟ ਚੱਲਿਆ? ਆਪ ਜੇ ਅਸੀਸ ਦਈਏ ਕੋਈ ਘਟ ਜਾਊ? ਕੁਛ ਨਹੀਂ ਘਟਦਾ। ਦੂਸਰੇ ਨੂੰ ਅਸੀਸ ਦਿਓ, ਆਪਣੇ ਆਪ ਨੂੰ ਪਹਿਲੋਂ ਮਿਲ ਜਾਂਦੀ। ਸਾਨੂੰ ਰੱਬ ਦਿੰਦਾ, ਪਰਮੇਸ਼ਰ ਦਿੰਦਾ ਹੈ। ਸਾਡਾ ਮਾੜਾ ਉਹ ਜਾਣਦਾ ਜੋ ਅਸੀਂ ਮਾੜਾ ਸੋਚਦੇ ਹਾਂ, ਮਾੜਾ ਕਰਦੇ ਹਾਂ। ਯਤਨ ਕਰੇ ਮਾਨੁਖ ਡਹਿਕਾਵੈ। ਬੰਦਾ ਦੂਜੇ ਨੂੰ ਧੋਖਾ ਦੇਣ ਦਾ ਯਤਨ ਕਰਦਾ, ਪਰ ਉਹ ਅੰਤਰਜਾਮੀ ਜਨ ਹੈ। ਉਹ ਅੰਤਰਜਾਮੀ ਸਭ ਕੁਝ ਜਾਣਦਾ। ਕਹਿੰਦੇ ਅੰਦਰ ਦੀਆਂ ਗੱਲਾਂ ਜਾਣਦਾ ਉਹ। ਕਹਿੰਦੇ ਪਾਪ ਕਰੇ ਕਰ ਮੁਕਰ ਪਾਵੈ, ਭੇਖ ਕਰੇ ਨਿਰਬਾਨ। ਚੰਗਾ ਕੰਮ ਜਦੋਂ ਇਹ ਕਰਦਾ ਨਾ, ਫਿਰ ਤਾਂ ਬੜਾ ਹੁੱਬ ਕੇ ਦੱਸਦਾ ਕਿ ਮੈਂ ਆਹ ਕਰਮ ਚੰਗਾ ਕੀਤਾ, ਆਹ ਕਰਮ ਚੰਗਾ ਕੀਤਾ। ਬਲਕਿ ਜੇ ਚੰਗਾ ਹੋ ਗਿਆ, ਕਿਸੇ ਦੁਆਰਾ ਹੋ ਗਿਆ, ਉਹ ਵੀ ਕ੍ਰੈਡਿਟ ਆਪ ਲੈਂਦਾ ਹੈ ਵੀ ਇਹ ਮੈਂ ਕੀਤਾ। ਜਿਹੜਾ ਪਾਪ ਕਰਦਾ ਉਹ ਕਰਕੇ ਵੀ ਮੁੱਕਰਦਾ। ਜਿਹੜਾ ਨੇ ਸਭ ਤੋਂ ਵੱਡਾ ਪਾਪ ਤਾਂ ਇਹੋ ਹੀ ਹੈ ਨਾ ਵੀ ਹੁਕਮ ਨਹੀਂ ਮੰਨਣਾ, ਰੱਬੀ ਹੁਕਮ ਦੀ ਵਿਰੋਧਤਾ ਕਰਨੀ, ਇਹ ਸਭ ਤੋਂ ਵੱਡਾ ਪਾਪ ਹੈ। ਭਾਈ ਦੂਸਰੇ ਦਾ ਮਾੜਾ ਕਰਨ ਦਾ ਯਤਨ ਕਰਨਾ, ਕੋਸ਼ਿਸ਼ ਕਰਨੀ, ਇਹ ਬੜਾ ਵੱਡਾ ਪਾਪ ਹੈ। ਉਹ ਮਾੜਾ ਹੋਣਾ ਨਹੀਂ ਹੋਣਾ ਉਹ ਅਗਲੇ ਕਰਮਾਂ 'ਤੇ ਡਿਪੈਂਡ ਕਰਦਾ ਹੈ। ਜੇ ਤਾਂ ਕਰਮ ਮਾੜੇ ਆ ਗਏ ਇਹ ਤਾਂ ਮਾੜਾ ਹੋ ਜਾਣਾ। ਕਰਮ ਉਹਦੇ ਸਹੀ ਹੈ ਫਿਰ ਮਾੜਾ ਕਿਵੇਂ ਹੋਵੇਗਾ? ਅੰਤਰਜਾਮੀ ਰੱਖਿਆ ਕਰਦਾ, ਕਿਉਂਕਿ ਨਿਆਂ ਜੋ ਪੂਰਾ ਦੇਣਾ ਉਸਨੇ। ਪੂਰਾ ਨਿਆਂ ਕਰੀ ਕਰਤਾਰ। ਨਿਆਂ ਕੀ ਹੈ? ਉਸ ਦੇ ਘਰ ਦਾ ਜਿਹੜਾ ਨਿਆਂ ਆ ਉਹ ਇਹੀ ਹੈ ਵੀ ਜਿਹਾ ਵੇਖੇ ਤੇਹਾ ਵੇਖ। ਉਸ ਦੇ ਘਰ ਦਾ ਨਿਆਂ ਜਿਵੇਂ ਹੀ ਕਰਮ ਕਮਾਵਤੇ ਤੇਵੇਂ ਹੀ ਫਲ ਤੇ। ਉਸ ਦੇ ਘਰ ਦਾ ਨਿਆਂ ਇਹ ਹੈ। ਹੁਣ ਉਹਨੇ ਤਾਂ ਆਪਣਾ ਨਿਆਂ ਜਿਹੜਾ ਉਹ ਕਰਨਾ ਨਾ। ਬੰਦੇ ਦਾ ਯਤਨ ਕੀਤਾ ਕੁਝ ਨਹੀਂ ਕਰਨਾ। ਯਤਨ ਕੀਤਾ ਉਹਦਾ ਪਾਪ ਕਰਮ ਹੋ ਜਾਵੇਗਾ। ਮੈਂ ਮੁੱਕਰਦਾ। ਮਹਾਰਾਜ ਕਹਿੰਦੇ ਪਾਪ ਕਰੇ ਕਰ ਮੁੱਕਰ ਪਾਵੈ, ਤੇ ਭੇਖ ਕਰੇ ਨਿਰਵਾਨ। ਭੇਖ ਕਿਹੜਾ ਕੀਤਾ? ਫਕੀਰਾਂ ਵਾਲਾ।
ਸਾਧੂਆਂ ਵਾਲਾ ਭੇਖ ਕਰਦਾ, ਨਿਰਵਾਣ ਵੀ ਮੈਂ ਨਿਰਲੇਪ ਹੈ, ਵੀ ਮੈਂ ਨਹੀਂ ਕੁਛ ਕਰਦਾ, ਮੈਂ ਭਗਤ ਹਾਂ। ਸੋ ਜਿਹੋ ਜਿਹਾ ਲੋਕ ਕਹਿੰਦੇ ਨੇ, ਜਿਹੜਾ ਚੰਗਾ ਕਹਿ ਰਹੇ ਨੇ, ਜੇ ਇਹਨੂੰ ਲੋਕ ਨਾ ਚੰਗਾ ਕਹਿੰਦੇ ਹੈ, ਇਹ ਤਾਂ ਦੁੱਗਣਾ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਭੇਖ ਦੇ ਨਾਲ, ਕਰਮਾਂ ਨਾਲ ਨਹੀਂ, ਭੇਖ ਦੇ ਨਾਲ। ਅਤੇ ਜੇ ਮਾੜਾ ਕਹਿੰਦੇ ਨੇ ਤੇ ਫਿਰ ਯਤਨ ਕਰਦਾ ਵੀ ਮੈਂ ਸਿੱਧ ਕਰਕੇ ਦੱਸਾਂ ਮੈਂ ਮਾੜਾ ਨਹੀਂ। ਚੰਗਾ ਕਹਿ ਰਿਹਾ ਫਿਰ ਮੈਂ ਸਿੱਧ ਕਰਕੇ ਦੱਸਾਂ ਮੈਂ ਇੰਨਾ ਚੰਗਾ ਨਹੀਂ, ਮੈਂ ਬਹੁਤ ਚੰਗਾ ਹਾਂ। ਉਹ ਭੇਖ ਕਰਨ ਦੇ ਨਾਲ ਕੋਈ ਚੰਗਾ ਨਹੀਂ ਬਣ ਜਾਂਦਾ, ਲੋਕਾਂ ਦੇ ਕਹਿਣ ਦੇ ਨਾਲ ਮਾੜਾ ਨਹੀਂ ਹੋ ਜਾਂਦਾ। ਤੇਰੀ ਸੋਚ 'ਤੇ ਡਿਪੈਂਡ ਹੈ ਵੀ ਤੂੰ ਸੋਚਦਾ ਕਿੱਦਾਂ ਦਾ, ਯਤਨ ਕਿੱਦਾਂ ਦਾ ਕਰਦਾ ਹੈ। ਪਾਤਸ਼ਾਹ ਕਹਿੰਦੇ ਨੇ ਜਿਹੜਾ ਜੇ ਉਹ ਚੰਗੇ ਨੂੰ ਜਾਣਦਾ ਤਾਂ ਉਹ ਮਾੜੇ ਨੂੰ ਵੀ ਜਾਣਦਾ। ਪਾਪ ਕਰਮ ਸਮਝ ਲਾ, ਪਾਪ ਹੁੰਦਾ ਕੀ, ਪਾਪ ਕਿਹਨੂੰ ਕਿਹਾ ਜਾਂਦਾ ਹੈ। ਸੋ ਕਿਸੇ ਦੇ ਪ੍ਰਤੀ ਮਾੜਾ ਸੋਚਣਾ ਪਾਪ ਹੈ, ਇਹ ਬੜਾ ਵੱਡਾ ਪਾਪ ਹੈ। ਉਹ ਅੰਤਰਜਾਮੀ ਜਾਣਦਾ, ਉਹਦਾ ਮਾੜਾ ਹੁੰਦਾ ਨਹੀਂ ਹੁੰਦਾ ਉਹਦੇ ਕਰਮਾਂ 'ਤੇ ਡਿਪੈਂਡ ਹੈ, ਉਹਦਾ ਕਰਮ ਅਨੁਸਾਰ ਹੈ। ਪਰ ਤੇਰਾ ਮਾੜਾ ਵਸ਼ ਹੋ ਜਾਣਾ ਕਿਉਂਕਿ ਤੂੰ ਪਾਪ ਕਰ ਗਿਆ। ਇਹ ਪਾਪ ਜਿਹੜਾ ਕਰ ਗਿਆ ਨਾ, ਉਹ ਅੰਤਰਜਾਮੀ ਜਾਣਦਾ, ਉਹ ਮੁੱਕਰ ਨਹੀਂ ਸਕਦਾ। ਤੂੰ ਮੁੱਕਰਦਾ ਨਾ, ਆਪਣੇ ਜਦੋਂ ਭੇਖ ਰੱਖਿਆ ਨਿਰਵਾਣ ਦਾ ਵੀ ਮੈਂ ਫਕੀਰ ਹੈ, ਕਹਿੰਦੇ ਜਿੱਦਾਂ ਦਾ ਮਰਜ਼ੀ ਭੇਖ ਕਰ ਲੈ, ਜੋ ਤੂੰ ਕਰ ਗਿਆ ਨਾ ਉਹਦਾ ਤੁਹਾਨੂੰ ਫਲ ਅਵਸ਼ ਮਿਲੇਗਾ। ਕਹਿੰਦੇ ਜਾਨਤ ਦੂਰ ਤੁਮ ਹੈ ਪ੍ਰਭ ਨੀਰ। ਹੁਣ ਮੁੱਕਰਦਾ ਕੌਣ ਹੈ? ਜਿਹੜਾ ਰੱਬ ਨੂੰ ਦੂਰ ਸਮਝਦਾ ਉਹ ਮੁੱਕਰੇਗਾ, ਜਿਹੜਾ ਰੱਬ ਨੂੰ ਨੇੜੇ ਸਮਝਦਾ ਉਹ ਨਹੀਂ ਮੁੱਕਰੇਗਾ। ਜਦੋਂ ਕਿਸੇ ਨੂੰ ਮਾੜਾ ਕਰਮ ਕਰਦਿਆਂ ਵੇਖ ਲਿਆ ਨਾ, ਉਹ ਮੁੱਕਰ ਸਕਦਾ। ਹੁਣ ਕਹੇ ਮੁੱਕਰ ਕੇ ਸ਼ਰਮਿੰਦਾ ਹੀ ਹੋਣਾ, ਮੰਨ ਜਾਈਏ ਤਾਂ ਠੀਕ ਹੈ ਕਿਉਂਕਿ ਮੇਰੇ ਸਬੂਤ ਆ ਗਿਆ, ਕਹਿਣਾ ਮੈਨੂੰ ਦੇਖ ਲਿਆ। ਜਿਸ ਨੇ ਰੱਬ ਨੂੰ ਨੇੜੇ ਜਾਣਿਆ ਉਹ ਕਦੀ ਵੀ ਨਹੀਂ ਮੁੱਕਰਦਾ। ਕਹਿੰਦਾ ਜੀ ਹੋ ਗਿਆ, ਗਲਤ ਹੋ ਗਿਆ, ਮਾੜਾ ਹੋ ਗਿਆ, ਮਾੜਾ ਸੋਚ ਹੋ ਗਿਆ। ਸੋਚ 'ਤੇ ਚੱਲਦਾ, ਕਰਨ 'ਤੇ ਨਹੀਂ ਚੱਲਦਾ। ਸੋਚ ਕੀ ਹੈ ਅੰਦਰ? ਤਦੇ ਬਾਣੀ 'ਚ ਬਚਨ ਆਉਂਦੇ, ਕਹਿੰਦੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਜਦੋਂ ਅਸੀਂ ਆਪਣੀ ਸੋਚ ਨੂੰ ਵੇਖੀਏ ਨਾ ਅਤੇ ਫਿਰ ਸੱਚਮੁੱਚ ਪਤਾ ਲੱਗ ਜਾਂਦਾ ਵੀ ਸਾਡੇ ਵਿੱਚ ਤਾਂ ਹੈ ਹੀ ਸਾਰੇ ਅਵਗੁਣ। ਮਾੜਾ ਹੀ ਸੋਚਦੇ ਹੈ, ਮਾੜੇ ਹੀ ਫੁਰਨੇ ਪੈਦਾ ਹੋ ਰਹੇ ਨੇ। ਇਹ ਤਾਂ ਮਜਬੂਰ ਆ ਬੰਦਾ, ਮਜਬੂਰੀ ਕਰਕੇ ਕਰ ਕੁਝ ਨਹੀਂ ਸਕਦਾ। ਸੋ ਜੇ ਇਹਨੂੰ ਖੁੱਲ੍ਹੀ ਛੁੱਟੀ ਹੋਵੇ ਕੁਝ ਕਰਨ ਦੀ ਖੁੱਲ੍ਹੀ ਛੁੱਟੀ ਹੋਵੇ ਤਾਂ ਇਹ ਜੋ ਕਰੇ ਆਪਣੇ ਵਾਸਤੇ ਹੀ ਕਰੇ, ਦੂਜਿਆਂ ਵਾਸਤੇ ਕੁਝ ਨਾ ਕਰੇ, ਬਾਕੀ ਸਾਰੇ ਫਨਾਹ ਕਰ ਦੇਵੇ। ਇੱਦਾਂ ਦਾ ਬੰਦਾ ਹੈ। ਜਾਨਵਰ ਨਾਲ ਵੀ ਭੈੜਾ, ਜਿਹੜਾ ਜਾਨਵਰ ਹੈ ਨਾ ਉਹਦੇ ਨਾਲ ਵੀ ਇਹ ਭੈੜਾ ਆ। ਪਰ ਜੇ ਸੋਚ ਨੂੰ ਸਹੀ ਪਾਸੇ ਲੈ ਜਾਵੇ, ਇਹੋ ਹੀ ਸੋਚ ਇਹਨੂੰ ਉਤਾਰ ਦਿੰਦੀ, ਇਹੋ ਹੀ ਸੋਚ ਇਹਨੂੰ ਡੋਬ ਦਿੰਦੀ ਹੈ। ਅੰਤਸ਼ਕਰਨ 'ਤੇ ਡਿਪੈਂਡ ਕਰਦਾ ਸਾਰਾ ਕੁਛ। ਅੰਤਸ਼ਕਰਨ ਕਿੱਦਾਂ ਦਾ ਆ? ਗੁਰਬਾਣੀ ਇਸ ਦੇ ਅੰਤਸ਼ਕਰਨ ਨੂੰ ਸਾਫ਼ ਕਰਦੀ ਹੈ। ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਕੈ ਰੰਗ। ਸੋ ਜਦੋਂ ਇਹੋ ਮੁੱਕਰਨਾ ਛੱਡ ਦਿੰਦਾ, ਪਾਪ ਕਰੇ ਕਰ ਮੁੱਕਰ ਪਾਵੇ, ਮੁੱਕਰਨਾ ਛੱਡ ਦੇਵੇ। ਮਾੜਾ ਦੇਖ ਹੋ ਗਿਆ, ਮਾੜਾ ਸੋਚ ਹੋ ਗਿਆ, ਮਾੜਾ ਬੋਲ ਹੋ ਗਿਆ, ਮਾੜਾ ਸੁਣ ਹੋ ਗਿਆ, ਮੁੱਕਰੇ ਨਾ। ਸੋ ਕਿ ਮਹਾਰਾਜ ਨੂੰ ਇਹ ਜਿਹੜੀ ਦੱਬੀ ਹੋਈ ਗੱਲ ਹੁੰਦੀ ਨਾ ਆਪਣੀ, ਮਾੜੀ ਨੂੰ ਹੀ ਦੱਬਦਾ, ਚੰਗੀ ਨੂੰ ਕਿੱਥੇ ਦੱਬਦਾ? ਚੰਗੀ ਨੂੰ ਤਾਂ ਉਜਾਗਰ ਕਰਦਾ, ਚੰਗੀ ਦੇ ਤਾਂ ਪੋਸਟਰ ਛਪਾਉਂਦਾ, ਚੰਗੀ ਤਾਂ ਇੱਕ ਨੂੰ ਦੱਸਦਾ, ਦੋ ਨੂੰ ਕਹਿੰਦਾ, ਸਾਰੇ ਪਾਸੇ ਰੌਲੀ ਪਾ ਦੋ। ਚੰਗੀ ਗੱਲ ਦੀ ਰੌਲੀ ਪਵਾਉਂਦਾ, ਪਤਾ ਲੱਗੇ ਜਿੱਥੇ ਤੱਕ ਦੀ ਪਹੁੰਚ ਹੈ। ਜੋ ਇਸ ਨੇ ਮਾੜਾ ਜਾਂ ਵੀ ਚੰਗਾ ਕੀਤਾ ਨਾ, ਉਹ ਤਿਲਕ ਜਿੰਨਾ ਜਿਹੜਾ ਮਾਣ ਹੈ, ਤਿਲਕ ਜਿੰਨਾ ਕੰਮ ਚੰਗਾ ਹੋ ਗਿਆ, ਕਹਿੰਦਾ ਸਾਰੇ ਪਾਸੇ ਖਿੱਲਰ ਜਾਵੇ, ਸਭਨਾਂ ਨੂੰ ਪਤਾ ਲੱਗ ਜਾਵੇ। ਅਤੇ ਮਾੜੇ ਨੂੰ ਛਪਾਉਂਦਾ ਹੈ। ਬਸ ਇਹ ਕੰਮ ਉਲਟ ਕਰਨਾ। ਜੇ ਗੁਰੂ ਦੀ ਖੁਸ਼ੀ ਲੈਣੀ ਹੈ ਬਸ ਇਹ ਤੋਂ ਉਲਟ ਹੋ ਜਾਣਾ। ਚੰਗੇ ਨੂੰ ਛਪਾਉਣਾ, ਮਾੜੇ ਨੂੰ ਉਜਾਗਰ ਕਰਨਾ। ਆਪਣਾ ਮਾੜਾ ਪਬਲਿਕ ਦੇ ਵਿੱਚ ਕਹਿਣੇ ਵਾਲਾ ਬੜਾ ਵੱਡਾ ਸੂਰਮਾ ਹੁੰਦਾ ਹੈ, ਕੋਈ ਨਹੀਂ ਕਹਿ ਸਕਦਾ। ਚੱਲ ਮਹਾਰਾਜ ਕਹਿੰਦੇ ਤੂੰ ਮੈਨੂੰ ਤਾਂ ਦੱਸ, ਹਾਲਾਂਕਿ ਗੁਰੂ ਜਾਣਦਾ ਸਾਰਾ ਕੁਝ ਹੈ, ਅੰਤਰਜਾਮੀ ਹੈ, ਫਿਰ ਮੈਨੂੰ ਤਾਂ ਦੱਸ। ਫਿਰ ਵੀ ਜੋ ਆਪਣੇ ਮੂੰਹੀ ਇਹ ਦੱਸਦਾ ਨਾ, ਜਦੋਂ ਮਾੜਾ ਦੇਖ ਹੋ ਗਿਆ, ਮਾੜਾ ਸੁਣ ਹੋ ਗਿਆ, ਮਾੜਾ ਸੋਚ ਹੋ ਗਿਆ,
ਤੇ ਨਾਲ ਦੀ ਨਾਲ ਲੇਖਾ ਖਤਮ ਹੋ ਜਾਂਦਾ ਹੈ। ਲੇਖਾ ਨਹੀਂ ਬਣਦਾ, ਲੇਖਾ ਨਹੀਂ ਬਣਦਾ। ਸੌਰੀ ਕਹਿਣ ਦੇ ਨਾਲ ਅਪਰਾਧ ਘੱਟ ਹੋ ਜਾਂਦਾ। ਸੌਰੀ ਮਾਫ਼ ਕਰ ਦਿਓ ਜੀ ਕਹਿਣਾ, ਇੱਕਦਮ ਦੂਜੇ ਦੇ ਮਨ 'ਚ ਗੁੱਸਾ ਉਹ ਠੰਡਾ ਹੋ ਜਾਂਦਾ। ਗੁਰੂ ਨੂੰ ਆਪਣੀ ਕਰਤੂਤ ਦੱਸਣ ਦੇ ਨਾਲ ਲੇਖਾ ਨਹੀਂ ਬਣਦਾ ਕਦੀ ਵੀ, ਲੇਖਾ ਨਾਲ ਹੀ ਖਤਮ ਹੋ ਜਾਂਦਾ। ਇਹ ਗੱਲ ਸਾਨੂੰ ਪਤਾ ਵੀ ਉਹ ਜਾਣਦਾ ਹੈ, ਫਿਰ ਮੁੱਕਰਨਾ ਕਾਹਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ ਭੇਖ ਦਿਖਾ ਲੈਣਾ, ਵੀ ਜੋ ਤੂੰ ਅੰਦਰ ਹੈ ਉਹ ਦੱਸਣਾ। ਨਾਲੇ ਗੁਰੂ ਨੂੰ ਦੱਸਣ ਵਾਸਤੇ ਤਾਂ ਜ਼ਰੂਰੀ ਨਹੀਂ ਬੋਲ ਕੇ ਦੱਸਣਾ। ਗੁਰੂ ਨੂੰ ਜਦੋਂ ਦੱਸਣਾ ਨਾ, ਚਾਰ ਬਾਣੀਆਂ ਸਾਡੀਆਂ, ਪਰਾ, ਪਸੰਤੀ, ਮਧਮਾ ਤੇ ਬੈਖਰੀ, ਜਿਹੜੀ ਮਰਜ਼ੀ ਬਾਣੀ ਰਾਹੀਂ ਦੱਸ ਦੇ। ਇਹ ਥੋੜ੍ਹੀ ਵੀ ਹਾਂ ਬੈਖਰੀ ਬਾਣੀ ਰਾਹੀਂ ਦੱਸਣਾ ਪੈਂਦਾ, ਅੰਦਰਲੀ ਬਾਣੀ ਰਾਹੀਂ ਦੱਸ ਦੇ। ਤੂੰ ਅੰਦਰੋਂ ਦੱਸੇਗਾ, ਅੰਦਰ ਬੈਠਾ ਹੀ ਤੇਰੇ ਕੋਲੋਂ ਸੁਣ ਲਵੇਗਾ ਜੀ। ਸੋ ਉਹ ਜਾਣਦਾ ਜੇ ਨਾ, ਸਾਰੀ ਗੱਲ ਉਹ ਜਾਣਦਾ। ਖੁਸ਼, ਗੁਰੂ ਦੀ ਖੁਸ਼ੀ ਬੜੀ ਵੱਡੀ ਖੁਸ਼ੀ ਹੈ। ਗੁਰੂ ਇਹ ਮਾਇਆ ਦੇ ਨਾਲ ਖੁਸ਼ ਹੁੰਦਾ, ਚੰਗੇ ਰੁਮਾਲਿਆਂ ਨਾਲ ਖੁਸ਼ ਹੁੰਦਾ ਹੈ। ਵੱਡੇ ਵੱਡੇ ਲੰਗਰ ਲਾ ਦਿਓ, ਗੁਰੂ ਖੁਸ਼ ਆਵੇਗਾ, ਉਹ ਖੁਸ਼ ਹੋਵੇਗਾ। ਗੁਰੂ ਖੁਸ਼ ਹੁੰਦਾ ਜਦੋਂ ਸਿੱਖ ਦਾ ਜੀਵਨ ਬਣਦਾ ਹੈ। ਸਿੱਖ ਦਾ ਜੀਵਨ ਉਦੋਂ ਬਣਨਾ ਜਦੋਂ ਰਾਹ ਸਾਫ਼ ਕਰੇਗਾ, ਆਪਣਾ ਰਾਹ ਸਾਫ਼ ਕਰੇਗਾ। ਆਪ ਹੀ ਤੁਰਨਾ, ਸਾਰੇ ਆਪਣੇ ਘਰ ਸਾਫ਼ ਕਰਦੇ, ਵਿਹੜੇ ਸਾਫ਼ ਕਰਦੇ। ਅਸੀਂ ਤਾਂ ਵਰਤਣਾ ਕਹਿਣਾ, ਇੱਥੋਂ ਤੱਕ ਮਕਾਨ ਦੇ ਬਾਹਰਲਾ ਜਿਹੜਾ ਰਾਸਤਾ ਮੋਹਰਲਾ ਹਿੱਸਾ ਵੀ ਸਾਫ਼ ਕਰਦੇ ਵੀ ਅਸੀਂ ਤਾਂ ਵਰਤਣਾ ਕਹਿਣਾ, ਅਸੀਂ ਵਰਤਣਾ ਭਾਈ। ਸੋ ਤੇਰਾ ਤੂੰ ਆਪਣੇ ਲੇਖੇ ਹੀ ਖਤਮ ਕਰਨੇ, ਆਪਣੇ ਆਪ ਨੂੰ ਸਵਾਰਨਾ ਤੋ ਜ਼ਰੂਰੀ ਹੈ। ਗੁਰੂ ਦੇ ਨਾਲ ਸੋ ਆਪਣੀ ਮਾੜੀ ਗੱਲ ਕਰਨੀ ਪੈਂਦੀ ਹੈ। ਮਾੜੀ ਗੱਲ ਨਹੀਂ ਕਰਾਂਗੇ ਤੇ ਗੱਲ ਕਿਵੇਂ ਬਣੇਗੀ। ਸੋ ਭੇਖ ਕਰਨ ਦੀ ਸਾਨੂੰ ਕੋਈ ਲੋੜ ਨਹੀਂ। ਮਾੜੇ ਹੈ ਤੇ ਮਾੜੇ ਹੀ ਕਹਿਣਾ, ਗੁਰੂ ਜਾਣਦਾ। ਭੇਖ ਕਰਨ ਦੀ ਲੋੜ ਨਹੀਂ। ਮਾੜੇ ਨੂੰ ਚੰਗਾ ਬਣਨ ਦੀ ਕੋਈ ਲੋੜ ਨਹੀਂ ਹੈ, ਤੇ ਚੰਗੇ ਨੂੰ ਮਾੜਾ ਬਣਨ ਦੀ ਵੀ ਕੋਈ ਲੋੜ ਨਹੀਂ ਹੈ। ਚੰਗੇ ਨੇ ਚੰਗਾ ਹੀ ਰਹਿਣਾ, ਚੰਗੇ ਨੇ ਚੰਗਾ ਹੀ ਰਹਿਣਾ, ਵੱਡੇ ਨੇ ਵੱਡਾ ਹੀ ਰਹਿਣਾ। ਚੰਗੇ ਨੇ ਚੰਗਾ ਰਹਿਣਾ, ਵੱਡੇ ਨੇ ਵੱਡਾ ਰਹਿਣਾ। ਕੋਈ ਉਹਨੂੰ ਕੋਈ ਛੋਟਾ ਨਹੀਂ ਕਰ ਸਕਦਾ, ਚੰਗੇ ਨੂੰ ਕੋਈ ਬੁਰਾ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਗੁਰੂ ਨਾਲ ਖੜਾ ਹੁੰਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਮੁੱਕਰਨ ਦੀ ਇੱਥੇ ਕੀ ਲੋੜ ਹੈ। ਕਹਿੰਦੇ ਜਾਨਤ ਦੂਰ, ਮੁੱਕਰਦਾ ਕੌਣ ਹੈ? ਜਿਹੜਾ ਉਹਨੂੰ ਦੂਰ ਸਮਝਦਾ, ਜਿਹੜਾ ਉਹਨੂੰ ਹਾਜ਼ਰ ਨਾਜ਼ਰ ਸਮਝਦਾ, ਕਦੀ ਨਹੀਂ ਮੁੱਕਰਦਾ। ਕਹਿੰਦਾ ਮਹਾਰਾਜ ਜੀ ਇਹ ਗਲਤੀ ਹੋ ਗਈ ਜੀ। ਤੁਮ ਹੈ ਪ੍ਰਭ ਨੇਰ, ਇੱਕੋ ਹੀ ਤਾਂ ਹੈ ਜਿਹੜਾ ਸਾਡੇ ਨੇੜੇ ਹੈ, ਬਾਕੀ ਕੋਈ ਨੇੜੇ ਹੈ? ਜਿਹਨੂੰ ਨੇੜੇ ਸਮਝਿਆ ਉਹ ਹੀ ਦੂਰ ਨਿਕਲਿਆ। ਸਭ ਤੋਂ ਨੇੜੇ ਕਿਹਨੂੰ ਸਮਝਿਆ? ਆਪਣੇ ਪਰਿਵਾਰ ਨੂੰ, ਕੁਟੁੰਬ ਨੂੰ। ਖਲਾਰਾ ਕਾਹਦੇ ਪੈ ਜਾਂਦਾ? ਫਿਰ ਖਲਾਰਾ ਕਿਉਂ ਪੈ ਜਾਂਦਾ ਭਾਈ? ਨਾ ਭਾਈ ਨਾ ਕੁਟੁੰਬ ਨੇੜੇ ਆ, ਨਾ ਸੱਜਣ, ਨਾ ਮਿੱਤਰ। ਮਹਾਰਾਜ ਕਹਿੰਦੇ ਕੋਈ ਨਹੀਂ, ਕੋਈ ਨੇੜੇ ਨਹੀਂ ਤੇਰੇ। ਨੇੜੇ ਲੱਗਣਾ ਹੀ ਕਿਸੇ ਨੇ ਨਹੀਂ। ਸੋ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਲੇਖਾ ਸਾਹਿਬ ਉਹ ਤੇਰੇ ਇਕੱਲੇ ਕੋਲ ਹੋਣਾ, ਨੇੜੇ ਕੋਈ ਨਹੀਂ ਹੈ। ਔਰ ਜਿਸ ਨੂੰ ਤੂੰ ਸਾਰੀ ਜ਼ਿੰਦਗੀ ਦੂਰ ਸਮਝਿਆ, ਸਭ ਤੋਂ ਨਜ਼ਦੀਕ ਉਹੀ ਸੀਗਾ। ਹੋ ਜਾਂਦਾ ਕੇਵਲ ਜਿਹੜਾ ਸਭ ਤੋਂ ਨੇੜੇ ਹੋਵੇ, ਸੋ ਉਹਦੀ ਕਦਰ ਨਹੀਂ ਹੁੰਦੀ, ਉਹਦੀ ਕਦਰ ਨਹੀਂ ਹੁੰਦੀ। ਥੋੜ੍ਹੀ ਜਿਹੀ ਫੀਲਿੰਗ ਲੈ ਕੇ ਦੇਖੋ, ਉਹਦੇ ਨਾਲ ਨੇੜੇ ਹੈ ਹੀ ਕੋਈ ਨਹੀਂ। ਭਗਤ ਰਵਿਦਾਸ ਜੀ ਨੇ ਬਾਣੀ 'ਚ ਕਿਹਾ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਈ ਸੋਈ। ਹੱਥਾਂ ਪੈਰਾਂ ਨਾਲੋਂ ਵੀ ਉਹ ਨਜ਼ਦੀਕ ਹੈ। ਹੱਥ ਪੈਰ ਸਰੀਰ ਦੇ ਬਾਹਰ ਨੇ, ਉਹ ਸਰੀਰ ਦੇ ਅੰਦਰ ਬੈਠਾ। ਸੋਚ ਉਹਦੀ ਪਕੜ ਵਿੱਚ ਹੈ। ਤੈਨੂੰ ਛੱਡਿਆ ਹੋਇਆ ਖੁੱਲ੍ਹਾ ਵੀ ਸੋਚ ਕੀ ਸੋਚਦਾ, ਪਰ ਜੋ ਤੂੰ ਸੋਚਿਆ ਉਹਦੀ ਪਕੜ ਵਿੱਚ ਹੈ। ਉਹਨੂੰ ਪਤਾ, ਉਹਦੇ ਕੰਟਰੋਲ ਦੇ ਵਿੱਚ ਹੈ। ਉਹਨੂੰ ਪਤਾ ਅਸੀਂ ਤਾਂ ਸਿੱਖਣੇ ਵਾਲੇ ਹੈ। ਜਦੋਂ ਬੰਦਾ ਬੰਦਗੀ ਦੇ ਮਾਰਗ 'ਤੇ ਚੱਲਦਾ ਅਤੇ ਉਸ ਵੇਲੇ ਉਹ ਬੰਦਗੀ ਕਰਨੀ ਸਿੱਖਦਾ ਆ। ਹੁਣ ਗੁਰੂ ਕੰਟਰੋਲ ਰੱਖਦਾ ਆਪਣੇ ਕੋਲ, ਹੌਲੀ ਹੌਲੀ ਉਹਨੂੰ ਸਿਖਾਉਂਦਾ ਆ ਬੰਦਗੀ ਹੁੰਦੀ ਕੀ ਹੈ। ਸੋ ਉਂਝ ਤਾਂ ਇਹ ਤਾਂ ਉਤਸ਼ਾਹ ਤਾਂ ਬੜਾ ਪੈਦਾ ਹੁੰਦਾ। ਉਮਕੇ ਹੀਓ ਮਿਲਨ ਪ੍ਰਭ ਧਾਈ, ਅਤੇ ਜਿਹੜੀ ਗੱਲ ਦੀ ਇਹਨੂੰ ਸੋ ਲੱਗ ਜਾਂਦੀ ਹੈ, ਖਬਰ ਲੱਗ ਜਾਂਦੀ ਹੈ। ਖਾਸ ਤੌਰ 'ਤੇ ਜਿਹਦੀ ਇਹ ਖੋਜ ਕਰਨੀ ਚਾਹੁੰਦਾ ਹੈ। ਕੋਈ ਵੀ ਮਨੁੱਖ ਹੈ, ਉਹ ਖੋਜ ਦਾ ਕੀ ਉੱਤੇ ਡਿਪੈਂਡ ਕਰਦਾ ਹੈ। ਜਿਹੜੀ ਚੀਜ਼ ਇਹਨੇ ਖੋਜ ਕਰਨੀ, ਉਹਦੀ ਖਬਰ ਤਾਂ ਮਿਲਣੀ ਹੈ। ਕਿਉਂ ਨਹੀਂ ਖਬਰ ਮਿਲਣੀ? ਖਬਰ ਮਿਲਣੀ ਹੈ। ਜਦੋਂ ਖਬਰ ਮਿਲ ਗਈ ਨਾ, ਫਿਰ ਉਛਾਲ ਪੈਦਾ ਹੁੰਦਾ ਮਨ 'ਚ ਵੀ ਮੈਂ ਛੇਤੀ ਪਕੜ ਕਰ ਲਵਾਂ ਜਾ ਕੇ। ਉਹ ਉਛਾਲ 'ਤੇ ਕੰਟਰੋਲ ਗੁਰੂ ਕਰਦਾ ਹੈ।
ਜੇ ਤਾਂ ਛਾਲ ਤੇ ਕੰਟਰੋਲ ਹੋ ਗਿਆ ਤੇ ਫਿਰ ਤਾਂ ਇਹ ਪਹੁੰਚ ਜਾਵੇਗਾ। ਜੇ ਉਛਾਲ ਤੇ ਕੰਟਰੋਲ ਨਹੀਂ ਹੋਇਆ ਫਿਰ ਜਿਹੜਾ ਉਛਾਲ ਆਇਆ ਸੀ ਨਾਲ ਹੀ ਕੰਢੇ ਭੰਨ ਲੈਂਦਾ। ਪਾਣੀ ਦਾ ਹੜ੍ਹ ਆਉਂਦਾ, ਜਦੋਂ ਉਛਾਲ ਆਇਆ ਵੀ ਸਮੁੰਦਰ ਨੂੰ ਮਿਲਣਾ ਅਤੇ ਹੜ੍ਹ ਆਇਆ ਅਤੇ ਉਹ ਕੰਢੇ ਭੰਨੇ ਪਾਣੀ ਆਲੇ ਦੁਆਲੇ ਫੈਲ ਗਿਆ, ਉਹਦਾ ਵਜੂਦ ਖਤਮ ਹੋ ਜਾਂਦਾ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਰੱਬ ਨੂੰ ਨੇੜੇ ਦੇਖੋ, ਰੱਬ ਨੇੜੇ ਹੈ। ਅਤੇ ਉਹ ਜੇ ਤੂੰ ਬੰਦਗੀ ਵਾਲੇ ਪਾਸੇ ਪਿਆ, ਤੇਰੀ ਸੋਚ ਤੈਨੂੰ ਖੋਜ ਦੇ ਅਨੁਸਾਰ ਤੈਨੂੰ ਉਹਦਾ ਪਤਾ ਲੱਗਣਾ ਵੀ ਕੀ ਹੈ ਉਹ। ਫਿਰ ਉਛਾਲ ਵੀ ਆਉਣਾ, ਉਮਕਿਓ ਹੀਓ ਮਿਲਨ ਪ੍ਰਭ ਤਾਈ ਖੋਜਤ ਚਰਿਓ। ਤੂੰ ਖੋਜ ਦੇ ਵਿੱਚ ਰਹਿ, ਖੋਜਤ ਚਰਿਓ ਹੁੰਦਾ ਵੀ ਖੋਜ ਦੇ ਵਿੱਚ ਰਹਿਣਾ। ਦੇਖੋ ਪ੍ਰਿਆ ਜਾਈ, ਸੋਝੀ ਉਹਨੇ ਦੇਣੀ ਹੈ। ਤੂੰ ਤੇਰਾ ਕੰਮ ਹੈ ਖੋਜ ਕਰਨੀ, ਫੈਸਲਾ ਨਹੀਂ, ਖੋਜ ਕਰਨੀ। ਉਹ ਬੈਠਾ ਕੰਟਰੋਲਰ, ਸੋਝੀ ਉਹਨੇ ਫਿਰ ਆਪ ਹੀ ਦੇ ਦੇਣੀ। ਕਹਿੰਦੇ ਮਹਾਰਾਜ ਕਹਿੰਦੇ ਅੱਗੇ ਕਿਰਪਾ ਕਰਦੇ ਨੇ, ਕਹਿੰਦੇ ਉਤ ਤੱਕ, ਉਤ ਹੁੰਦਾ ਉੱਧਰ ਤੱਕਦਾ ਹੈ ਨਾ, ਜਿੱਧਰ ਇਹਨੂੰ ਖਬਰ ਮਿਲਦੀ ਉੱਧਰ ਹੀ ਤੱਕਣਾ। ਉਤ ਤੱਕ ਹੈ, ਉਤ ਤੇ ਉਤ ਪੇਖੈ। ਇੱਥੇ ਇਤ ਉਤ ਨਹੀਂ ਲਿਖਿਆ, ਬਾਣੀ ਚਾਹੁੰਦਾ ਈਤ ਊਤ ਇਤ ਉਤ ਇਹ ਸ਼ਬਦ ਆਉਣੇ ਸੀ। ਉੱਥੇ ਕਹਿੰਦਾ ਇੱਥੇ ਉੱਥੇ ਉੱਥੇ ਇੱਥੇ ਇਹ ਆਉਣਾ ਸੀ। ਹੁਣ ਉਤ ਉਤ ਸ਼ਬਦ ਵਰਤਿਆ। ਉਤ ਤੱਕ ਹੈ, ਉੱਧਰ ਤੱਕਦਾ। ਕਿੱਧਰ ਤੱਕਦਾ? ਜਿੱਧਰ ਇਸਨੇ ਸੋਏ ਸੁਣੀ, ਖਬਰ ਸੁਣੀ, ਉੱਧਰ ਤੱਕਿਆ। ਉਤ ਤੇ ਉਤ ਪੇਖੈ। ਹੁਣ ਉਹ ਗਾਹਾਂ ਤੋਂ ਗਾਹਾਂ ਜਦੋਂ ਤੱਕੇਗਾ ਨਾ, ਪੇਖੈ, ਫਿਰ ਇਸਨੂੰ ਸੋਝੀ ਪਵੇਗੀ। ਕਹਿੰਦੇ ਉਤ ਤਾਕੈ ਉਤ ਤੇ ਉਤ ਪੇਖੈ, ਆਵੈ ਲੋਭੀ। ਫਿਰ ਜਿਹੜੇ ਲੋਭੀ ਹੁੰਦੇ ਨੇ ਉਹਨਾਂ ਦਾ ਵਾਰ-ਵਾਰ ਫੇਰਾ ਹੀ ਪੈਂਦਾ, ਵਾਰ-ਵਾਰ ਜੰਮਦੇ ਨੇ, ਵਾਰ-ਵਾਰ ਵਰਦੇ ਨੇ। ਸੋ ਜਿਹੜੇ ਆਪਣੇ ਰਾਸਤੇ ਤੋਂ ਪਰੇ ਨਹੀਂ ਹਟਦੇ, ਉਤ ਤਾਕੇ ਉਤ ਤੇ ਉਤ ਪੇਖੈ। ਸੋ ਜਿੱਧਰ ਨੂੰ ਖੋਜਣ ਚੱਲਿਆ ਰੱਬ ਨੂੰ, ਉੱਧਰ ਨੂੰ ਹੀ ਤੱਕਿਆ, ਆਲਾ ਦੁਆਲਾ ਨਹੀਂ ਤੱਕਿਆ। ਉਦੋਂ ਗਾਹਾਂ ਫੇਰ ਅੱਗੇ ਤੱਕਿਆ। ਮਹਾਰਾਜ ਕਹਿੰਦੇ ਪਿੱਛਾ ਫੇਰ ਨਾ ਮੋਢ ਡਰਾ। ਕਬੀਰ ਸਾਹਿਬ ਜੀ ਵੀ ਕਹਿੰਦੇ ਨੇ ਨਾ, ਬਚਨ ਕਰਦੇ, ਕਹਿੰਦੇ ਗਿਰਹਿ ਕਰੇ ਤਾਂ ਧਰਮ ਕਰ, ਨਾਹੀਂ ਤਾਂ ਕਰ ਬੈਰਾਗ। ਬੈਰਾਗੀ ਬੰਧਨ ਕਰੇ ਤਾਕੋ ਵੱਡੇ ਅਭਾਗ। ਜੇ ਤਾਂ ਭਾਈ ਤੂੰ ਵਿਰਾਗ ਧਾਰਨ ਕਰ ਲਿਆ ਹੈ ਨਾ, ਸੋ ਜੇ ਤੂੰ ਵਿਰਾਗ ਧਾਰਨ ਕਰ ਲਿਆ ਫਿਰ ਬੰਧਨਾਂ ਵਿੱਚ ਨਾ ਪੈ। ਜੇ ਬੰਧਨਾਂ ਵਿੱਚ ਪੈ ਕੇ ਵਿਰਾਗੀ, ਬੰਧਨਾਂ ਵਿੱਚ ਪੈ ਕੇ ਵੱਡੇ ਭਾਗ। ਹੁਣ ਜਦ ਤੂੰ ਉੱਧਰ ਨੂੰ ਤੱਕ ਹੀ ਲਿਆ, ਉਤ ਤੇ ਉਤ ਤੱਕ ਹੈ, ਗਾਹਾਂ ਦੇਖ ਨਾ। ਫਿਰ ਉੱਧਰ ਤੈਨੂੰ ਪੇਖ ਹੁੰਦਾ ਸਿਸਟਮ ਅੰਦਰਲੇ, ਜਦੋਂ ਨੇਤਰ ਖੋਲ੍ਹਦੇ ਫਿਰ ਸੋਝੀ ਮਿਲਦੀ ਹੈ। ਪੇਖ ਹੁੰਦਾ ਦੇਖਣਾ ਤੇ ਪੇਖਣਾ, ਪੇਖਣਾ ਅੰਦਰਲੇ ਨੂੰ ਕਹਿੰਦੇ ਨੇ ਸੋਝੀ। ਦੇਖ ਲਵੇਂਗਾ, ਸਮਝ ਆ ਜਾਵੇਗੀ ਜੇ ਤੂੰ ਗਾਹਾਂ ਤੇ ਗਾਹਾਂ ਜਾਵੇਂਗਾ। ਜੇ ਆਵੈ ਮਤਲਬ ਮੁੜ ਗਿਆ। ਜੇ ਤੂੰ ਮਾਇਆ ਦੇ ਲਾਲਚ ਲੋਭ ਚਾਣ ਕੇ, ਫਿਰ ਕੀ ਉਹ ਲੋਭ ਨੇ ਕੀ ਕੀਤਾ, ਮਨ ਵਿੱਚ ਲੋਭ ਪੈਦਾ। ਹੁਣ ਜਿਹੜਾ ਬੰਦਗੀ ਕਰਨੇ ਵਾਲਾ, ਜਦੋਂ ਲੋਭ ਪੈਦਾ ਹੁੰਦਾ, ਦੌਲਤ ਦਾ ਲੋਭ ਤਾਂ ਖੈਰ ਪਿੱਛੇ ਰਹਿ ਜਾਂਦਾ। ਬੰਦਗੀ ਤਾਂ ਉਦੋਂ ਹੀ ਸ਼ੁਰੂ ਹੁੰਦੀ ਜਦੋਂ ਦੌਲਤ ਨੂੰ ਇਹ ਛੱਡਦਾ। ਫਿਰ ਲੋਭ ਪੈਂਦਾ, ਰਿੱਧੀਆਂ ਸਿੱਧੀਆਂ ਦਾ ਵੀ ਲੋਭ ਪੈਂਦਾ, ਕਰਾਮਾਤੀ ਜੋ ਸ਼ਕਤੀਆਂ ਨੇ। ਮਾਣ ਦਾ ਲੋਭ ਪੈ ਜਾਂਦਾ, ਮੇਰਾ ਮਾਣ ਹੋਵੇ। ਸੋ ਇੱਦਾਂ ਦਾ ਲੋਭ ਜਿਹੜਾ ਪਰੇਸ਼ਾਨ ਕਰਦਾ। ਇਹ ਕਬੀਰ ਸਾਹਿਬ ਜੀ ਨੇ ਵੀ ਗੱਲ ਆਖੀ ਹੈ। ਕਹਿੰਦੇ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨ ਮੀਤ। ਚਾਲੇ ਥੇ ਹਰ ਮਿਲਨ ਕੋ, ਬੀਚੇ ਅਟਕੇ ਉਚੀਤ। ਸੋ ਜਦੋਂ ਆਹ ਸਿੱਖ ਸੰਗਤਾਂ ਆਪਣੀ ਸਿੱਖੀ ਸੇਵਕੀ ਵਧਾ ਲੈਂਦੇ ਨੇ, ਚੱਲੇ ਸੀ ਰੱਬ ਨੂੰ ਮਿਲਣ ਵਾਸਤੇ, ਸਿੱਖੀ ਸੇਵਕੀ ਬਹੁਤ ਵਧਾ ਲਈ, ਬਸ ਉਹਨਾਂ ਦੇ ਚਿੱਤ ਅਟਕ ਗਿਆ। ਇਹ ਵੀ ਇੱਕ ਲੋਭ ਹੈ। ਸਿੱਖੀ ਸੇਵਕੀ ਵੱਧ ਜਾਵੇ, ਮੇਰਾ ਮਾਣ ਹੋ ਜਾਵੇ, ਮੈਨੂੰ ਸ਼ਕਤੀਆਂ ਰਿੱਧੀਆਂ ਸਿੱਧੀਆਂ, ਲੋਭ ਹੈ। ਇਹਦੇ ਨਾਲ ਕੀ ਹੋਣਾ? ਕਹਿੰਦੇ ਗਾਹਾਂ ਨਹੀਂ ਹੁਣ ਵੇਖਦਾ, ਹੁਣ ਆਲਾ ਦੁਆਲਾ ਵੇਖਣਾ ਸ਼ੁਰੂ ਕਰ ਦਿੱਤਾ ਉਹਦੇ ਨਾਲ। ਸੋ ਲੋਭੀ ਮਨ ਹੋ ਗਿਆ। ਆਵੈ ਲੋਭੀ ਫੇਰ ਕੀ ਆ, ਵਾਰ-ਵਾਰ ਜੰਮਦਾ ਤੇ ਵਾਰ-ਵਾਰ ਮਰਦਾ। ਆਹ ਸਿਸਟਮ ਬਣ ਜਾਂਦਾ। ਕਹਿੰਦੇ ਰਹਾਉ
ਜਬ ਲਗ ਟੁਟੈ ਨਾਹੀ ਮਨ ਭਰਮਾ, ਤਬ ਲਗ ਮੁਕਤ ਨਾ ਕੋਈ। ਜਿੰਨਾ ਚਿਕਰ ਮਨ ਦਾ ਭਰਮ ਨਹੀਂ ਟੁੱਟਦਾ, ਜਿਹੜਾ ਮਾਨਿਆ ਮਨ ਨੂੰ ਜੋਤ ਕਹਿ ਦਿੱਤਾ ਨਾ, ਮਨ ਤੂੰ ਜੋਤ ਸਰੂਪ ਹੈ। ਭਰਮ ਇੱਕ ਹਨੇਰਾ ਹੈ, ਜਿਹੜੀ ਬ੍ਰਹਮ ਦੀ ਜੋਤ ਹੈ, ਇਸ ਨੂੰ ਹਨੇਰਾ ਕਵਰ ਕਰ ਲੈਂਦਾ, ਭਾਵ ਭਰਮ ਕਵਰ ਕਰਦਾ ਹੈ। ਇਹ ਭਰਮ ਦੇ ਵਿੱਚ ਹੀ ਹੈ। ਸੋ ਜਿਹੜਾ ਕੁਟੰਬ ਨੂੰ ਆਪਣਾ ਸਮਝਦਾ, ਦੁੱਖ ਵਿੱਚ ਦੁਖੀ ਹੋ ਜਾਣਾ, ਸੁੱਖ ਦੇ ਵਿੱਚ ਸੁਖੀ ਹੋ ਜਾਣਾ, ਇਹ ਭਰਮ ਦਾ ਅਸਰ ਹੈ ਬ੍ਰਹਮ ਦੀ ਜੋਤ 'ਤੇ। ਬ੍ਰਹਮ ਦੀ ਜੋਤ ਨੂੰ ਭਰਮ ਦਾ ਹਨੇਰਾ ਹੀ ਢੱਕ ਸਕਦਾ। ਆ ਜਿਹੜਾ ਦੂਸਰਾ ਹਨੇਰਾ ਆ ਸੂਰਜ ਛੁਪਣ ਦੇ ਨਾਲ, ਇਹ ਨਹੀਂ ਕਦੀ ਢੱਕ ਸਕਦਾ। ਅੰਦਰ ਉਹ ਹਨੇਰਾ ਅਤੇ ਅੰਦਰ ਹੀ ਚਾਨਣ ਹੁੰਦਾ। ਆ ਜਿਹੜਾ ਬਾਹਰਲਾ ਸੂਰਜ ਚੜ੍ਹਦਾ, ਇਹਨਾਂ ਅੰਦਰਲੇ ਚਾਨਣ ਨਾਲ ਕੋਈ ਮਤਲਬ ਨਹੀਂ। ਗੁਰਬਾਣੀ ਜਿਹੜੀ ਹੈ ਇਹ ਅੰਦਰ ਚਾਨਣ ਕਰਦੀ ਹੈ। ਸੋ ਜੇ ਗੁਰਬਾਣੀ ਹੈ ਤਾਂ ਉੱਥੇ ਭਰਮ ਨਹੀਂ, ਜਿੱਥੇ ਭਰਮ ਹੈ ਉੱਥੇ ਬਾਣੀ ਨਹੀਂ। ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ, ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ। ਬਾਹਰ ਸਾਰੀਆਂ ਗੱਲਾਂ ਦੋ ਟੁੱਕ ਫੈਸਲੇ ਕੀਤੇ ਨੇ, ਇਹ ਨਹੀਂ ਵੀ ਉਹ ਵੀ ਆ ਅਤੇ ਉਹ ਵੀ ਹੈ, ਇੱਦਾਂ ਨਹੀਂ ਹੈ। ਜੇ ਬਾਣੀ ਹੈ ਉੱਥੇ ਭਰਮ ਨਹੀਂ ਹੁੰਦਾ। ਜਿੱਥੇ ਬਾਣੀ ਦੀ ਜੋਤ ਲਟਾ ਲਟ ਬਣ ਲੱਗ ਪੈਂਦੀ ਹੈ, ਉੱਥੇ ਤਾਂ ਗਿਆਨ ਬਲਦਾ। ਗਿਆਨ ਘੱਟ ਬਲਿਆ, ਉੱਥੇ ਭਰਮ ਦਾ ਹਨੇਰਾ ਕੀ ਕਰੇਗਾ। ਗਿਆਨ ਘੱਟ ਬਲਿਆ, ਅੰਦਰ ਗਿਆਨ ਬਲਦਾ ਪਿਆ ਜੇ। ਫਿਰ ਜਿਉਂ ਜਿਉਂ ਗਿਆਨ ਨੇ ਬਲਣਾ ਹੈ ਨਾ, ਇਹ ਗਿਆਨ ਪ੍ਰਚੰਡ ਹੁੰਦਾ। ਇਹ ਪ੍ਰਚੰਡ ਹੁੰਦਾ, ਕੋਈ ਚੀਜ਼ ਬਲ ਜਾਵੇ ਤਾਂ ਸਵਾਹ ਹੋ ਜਾਂਦੀ ਹੈ। ਗਿਆਨ ਬਲਦਾ ਤਾਂ ਗਿਆਨ ਪ੍ਰਚੰਡ ਹੁੰਦਾ। ਇਹਦਾ ਹੋਰ ਵੱਧਦਾ ਜਦੋਂ ਗਿਆਨ ਬਲਦਾ। ਸੜਦਾ ਕੀ ਆ ਫਿਰ? ਸੜਦਾ ਅੰਦਰਲੇ ਵਿਕਾਰ ਸੜਦੇ ਨੇ, ਅੰਦਰਲੀ ਮੈਲ ਜਿਹੜੀ ਉਹ ਸੜਦੀ। ਔਰ ਅੰਦਰਲੀ ਮੈਲ ਸੜਦੀ ਹੀ ਉਦੋਂ ਆ ਜਦੋਂ ਗਿਆਨ ਬਲਦਾ। ਜਿੰਨਾ ਚਿਰ ਗਿਆਨ ਨਹੀਂ ਬਲਦਾ ਉਹਨਾਂ ਚਿਰ ਅੰਦਰਲੀ ਮੈਲ ਨਹੀਂ ਸੜ ਸਕਦੀ ਹੈ। ਮਹਾਰਾਜ ਇਸੇ ਕਰਕੇ ਭਰਮ ਦੀ ਗੱਲ ਕਰਦੇ, ਕਹਿੰਦੇ ਜਿੰਨਾ ਚਿਰ ਇਹ ਭਰਮ ਟੁੱਟਦਾ ਨਹੀਂ ਹੈ ਨਾ, ਉਹਨਾਂ ਚਿਰ ਮੁਕਤੀ ਨਹੀਂ ਹੈ। ਇਹਨੂੰ ਤੋੜੋ ਤੋਂ ਬਾਅਦ ਉਹਨੂੰ ਕਮਜ਼ੋਰ ਕਰੋ। ਤੋੜਨਾ ਹੁੰਦਾ ਕਮਜ਼ੋਰ ਕਰਨਾ। ਭਰਮ ਦੀ ਵੀ ਇੱਕ ਲੜੀ ਹੁੰਦੀ ਹੈ। ਆਪਣੀ ਸੋਚ ਦੇ ਮੁਤਾਬਕ ਸੋਚੀ ਜਾਂਦਾ, ਸੋਚੀ ਭਰਮ ਦੀ ਲੜੀ ਤੁਰ ਪਈ, ਉਹਨੂੰ ਤੋੜ ਦਿਓ। ਕਿੱਦਾਂ ਟੁੱਟਦੀ ਭਰਮ ਦੀ ਲੜੀ? ਜੋ ਤੁਧ ਭਾਵੈ ਸਾਈ ਭਲੀ ਕਾਰ, ਉਦੋਂ ਭਰਮ ਦੀ ਲੜੀ ਟੁੱਟ ਜਾਂਦੀ ਹੈ। ਜਦੋਂ ਕਹਿੰਦਾ ਜਿਉਂ ਭਾਵੈ ਤਿਉਂ ਰਾਖ ਲੈ, ਜਿਉਂ ਜਿਉਂ ਤੇਰਾ ਹੁਕਮ, ਉੱਥੇ ਭਰਮ ਦੀ ਲੜੀ ਟੁੱਟ ਗਈ। ਨਹੀਂ ਤਾਂ ਮਨ ਮੇ ਤਾਂ ਭਰਮ ਵਿੱਚ ਆ ਜੋਤਿਸ਼ ਸਾਰਾ ਜਿਹੜਾ ਭਰਮ ਹੈ, ਟੋਟਲੀ ਭਰਮ ਹੈ। ਇੱਦਾਂ ਹੋ ਜਾਣੀ ਆ, ਇੰਨੇ ਵਜੇ ਆਹ ਗ੍ਰਹਿ ਦਾ ਘਰ ਆ ਸ਼ੁਰੂ ਹੋਣਾ, ਇਹ ਸਾਰਾ ਭਰਮ। ਉਹ ਲੜੀ ਇਹਨਾਂ ਦੀ ਬਣੀ ਹੋਈ ਹੈ। ਲੜੀ ਜਿਹੜਾ ਉਸ ਭਰਮ ਦੇ ਵਿੱਚ ਆ ਗਿਆ, ਬ੍ਰਹਮ ਨੂੰ ਭੁੱਲ ਗਿਆ, ਉੱਥੇ ਹਨੇਰਾ। ਅਤੇ ਸ਼ਬਦ ਆ ਗਿਆ, ਉੱਥੇ ਭਰਮ ਦੀ ਲੜੀ ਟੁੱਟ ਗਈ। ਪਾਪ ਪੁੰਨ, ਜਿਹੜਾ ਪਾਪ ਪੁੰਨ ਹੈ, ਇਹ ਇੱਕ ਭਰਮ ਦਾ ਹਨੇਰਾ, ਭਰਮ ਦਾ ਹਨੇਰਾ। ਸੋ ਜਦੋਂ ਹੀ ਗਿਆਨ ਦਾ ਚਾਨਣ ਹੋ ਗਿਆ, ਇਹ ਲੜੀ ਵੀ ਟੁੱਟ ਜਾਂਦੀ। ਭਰਮ ਨੂੰ ਕਮਜ਼ੋਰ ਕਰੋ, ਇਹਨੂੰ ਤੋੜਨਾ ਚਾਹੀਦਾ। ਸੋ ਭਰਮ ਜਿਹੜਾ ਬਲਵਾਨ ਹੋ ਰਿਹਾ, ਬੰਦਾ ਕਰਦਾ ਜਦੋਂ ਦਾਨ ਕਰਦਾ, ਪੁੰਨ ਕਰਦਾ, ਪੁੰਨ ਭਰਮ 'ਚ ਪੈ ਗਿਆ ਨਾ, ਅਤੇ ਉਹ ਫਿਰ ਬਲਵਾਨ ਹੋਇਆ ਅੰਦਰ। ਉੱਥੇ ਹਉਮੈ ਆ ਗਈ, ਉੱਥੇ ਹਉਮੈ ਆਉਂਦੀ ਹੈ, ਮੈਂ ਕੀਤਾ, ਮੈਂ ਕਰਦਾ। ਇਹ ਚੀਜ਼ਾਂ ਜਿਹੜੀਆਂ ਨਾ ਖਰਾਬ ਕਰਦੀਆਂ। ਇਹ ਬੰਦਗੀ ਦੇ ਰਾਹ ਵਿੱਚ ਰੋੜਾ। ਬ੍ਰਹਮ ਦੀ ਜੋਤ ਨੂੰ ਭਰਮ ਦਾ ਹਨੇਰਾ ਢੱਕ ਲੈਂਦਾ। ਜਦੋਂ ਇਹ ਚੀਜ਼ਾਂ ਆਉਂਦੀਆਂ ਨਾ, ਪਾਪ ਪੁੰਨ ਛਾ ਜਾਂਦੇ ਆ ਸਾਡੇ 'ਤੇ, ਉੱਥੇ ਬ੍ਰਹਮ ਦੀ ਸੋਝੀ ਨਹੀਂ ਆਉਂਦੀ। ਉੱਥੇ ਫਿਰ ਆਪਣੇ ਮਨ ਦੀ ਜੋਤ, ਮਨ ਤੋਂ ਜੋਤ ਜਿਹੜਾ ਨਾ ਮਹਾਰਾਜ ਨੇ ਕਿਹਾ, ਉਹਦੀ ਸੋਝੀ ਨਹੀਂ ਆਵੇਗੀ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿੰਨਾ ਚਿਕਰ ਮਨ ਦਾ ਭਰਮ ਨਹੀਂ ਟੁੱਟਦਾ, ਉਨਾ ਚਿਕਰ ਮੋਕਸ਼ ਪਦ ਪ੍ਰਾਪਤ ਹੀ ਨਹੀਂ ਹੋ ਸਕਦਾ ਹੈ। ਮੁਕਤ ਨਹੀਂ ਹੋ ਸਕਦਾ। ਹੱਠ ਦੇ ਨਾਲ ਕੋਈ ਮੁਕਤ ਹੋਇਆ? ਹੱਠ ਦੇ ਨਾਲ ਕੋਈ ਮੁਕਤ ਨਹੀਂ ਹੋਇਆ। ਭਰਮ ਦਾ ਹਨੇਰਾ ਕੱਟੋ ਕਹਿੰਦੇ, ਫੇਰ ਕਹਿੰਦੇ ਮੋਕਸ਼ ਹੈ। ਕਹੁ ਨਾਨਕ ਦਇਆਲ ਸੁਆਮੀ, ਸੰਤ ਭਗਤ ਜਨ ਸੋਈ। ਮਹਾਰਾਜ ਜੀ ਕਹਿੰਦੇ ਨੇ, ਕਹਿੰਦੇ ਜਿਹਦੇ 'ਤੇ ਸਤਿਗੁਰੂ ਜੀ ਸਵਾਮੀ ਜੀ ਦਇਆ ਕਰ ਦਿੰਦੇ ਨੇ, ਮਿਹਰ ਕਰ ਦਿੰਦੇ ਨੇ, ਕਿਰਪਾ ਕਠਾਕ ਅਵਲੋਕਨ ਕੀਨਾ, ਦਾਸ ਕਾ ਦੁਖ ਵਿਦਾਰਿਓ। ਸੋ ਉਹੀ ਸੰਤ ਆ ਅਤੇ ਉਹੀ ਭਗਤ ਹੈ। ਸੰਤ ਭਗਤ ਉਹੀ ਜਾਣਿਆ,
ਹੈ ਨਾ। ਸੰਤ, ਭਗਤ, ਜਨ, ਸੋ ਇਹ ਸਾਰੇ ਸ਼ਬਦ ਮਹਾਰਾਜ ਨੇ ਆਪਣੇ ਸੰਗੀਆਂ ਵਾਸਤੇ ਬਖਸ਼ੇ ਹੋਏ ਨੇ। ਭਗਤ ਵੀ ਮਹਾਰਾਜ ਦੇ ਸੰਗੀ, ਸੰਤ ਵੀ ਮਹਾਰਾਜ ਦੇ ਸੰਗੀ, ਜਨ ਵੀ ਮਹਾਰਾਜ ਦੇ ਸੰਗੀ, ਜਿਹੜੇ ਮਹਾਰਾਜ ਦੇ ਚਰਨਾਂ ਵਿੱਚ ਆ ਗਏ। ਜਿੱਦਾਂ ਦੀ ਨਿਗਾਹ ਸਾਹਿਬ ਜੀ ਨੇ ਪਾ ਦੇਣੀ ਉੱਦਾਂ ਦਾ ਉਹਨੂੰ ਰੁਤਬਾ ਮਿਲ ਜਾਂਦਾ। ਲਿਖਣ ਦੇ ਨਾਲ ਰੁਤਬਾ ਨਹੀਂ ਮਿਲਦਾ। ਆਪਣੇ ਆਪ ਨੂੰ ਭਗਤ ਕਹਿਣ ਦੇ ਨਾਲ ਕੋਈ ਭਗਤ ਨਹੀਂ ਹੋ ਜਾਂਦਾ, ਸੰਤ ਕਹਿਣ ਦੇ ਨਾਲ ਕੋਈ ਸੰਤ ਨਹੀਂ ਹੋ ਜਾਂਦਾ, ਸੋ ਬਾਬਾ ਕਹਿਣ ਦੇ ਨਾਲ ਕੋਈ ਬਾਬਾ ਨਹੀਂ ਹੋ ਜਾਂਦਾ। ਨਹੀਂ, ਇਹ ਅੱਖਰ ਨੇ ਸਾਰੇ। ਅਸੀਂ ਅੱਖਰਾਂ ਦੇ ਵਿੱਚ ਉਹਨੂੰ ਕੈਦ ਕਰਨਾ ਚਾਹੁੰਦੇ ਹਾਂ। ਨਹੀਂ, ਇਹ ਇੱਕ ਅਵਸਥਾ ਹੈ। ਸੰਤ ਇੱਕ ਅਵਸਥਾ ਆ, ਭਗਤ ਇੱਕ ਅਵਸਥਾ ਆ, ਜਨ ਅਵਸਥਾ ਹੈ। ਸੋ ਜਿਹੜਾ ਸੰਤ ਨਹੀਂ ਉਹ ਦੂਜੇ ਨੂੰ ਸੰਤ ਕਹਿ ਰਿਹਾ ਹੈ, ਜਿਹੜਾ ਜਨ ਨਹੀਂ ਉਹ ਦੂਜੇ ਨੂੰ ਜਨ ਕਹਿ ਰਿਹਾ। ਹੁਣ ਭਾਈ ਸ਼ਬਦ ਹੈ, ਭਾਈ, ਭਾਈ ਸਾਹਿਬ, ਕਹਿੰਦੇ ਸੰਤ ਨਹੀਂ ਕਹਿਣਾ, ਭਾਈ ਕਹਿ ਦਿਓ, ਭਾਈ ਸਾਹਿਬ ਕਹਿ ਦਿਓ। ਇਹ ਅਵਸਥਾ ਹੈ ਭਾਈ, ਬੜੀ ਵੱਡੀ ਅਵਸਥਾ ਆ। ਜਿਹੜਾ ਭਾਈ ਨਹੀਂ ਦੂਜਿਆਂ ਨੂੰ ਭਾਈ ਕਹਿ ਰਿਹਾ, ਜਿਹੜਾ ਆਪ ਭਾਈ ਸਾਹਿਬ ਨਹੀਂ ਦੂਜਿਆਂ ਨੂੰ ਭਾਈ ਸਾਹਿਬ ਕਹਿ ਰਿਹਾ, ਜਿਹੜਾ ਆਪ ਸਿੱਖ ਨਹੀਂ ਦੂਜਿਆਂ ਨੂੰ ਸਿੱਖ ਕਹਿ ਰਿਹਾ, ਆਪ ਗਿਆਨੀ ਨਹੀਂ ਦੂਜਿਆਂ ਨੂੰ ਗਿਆਨੀ ਕਹਿ ਰਿਹਾ। ਪਤਾ ਹੀ ਨਹੀਂ ਵੀ ਇਹ ਅਵਸਥਾ ਕਿੱਥੇ। ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ, ਭੈ ਕਾਹੂ ਕੋ ਦੇਤ ਨਾ ਨੈ ਭੈ ਮਾਨਤ ਆਨ। ਗਿਆਨੀ, ਆਹ ਗਿਆਨੀ ਦੀ ਪਰਿਭਾਸ਼ਾ ਮਹਾਰਾਜ ਨੇ ਦੇ ਦਿੱਤੀ ਹੈ। ਤੇ ਇਹ ਖਿਤਾਬ ਗੁਰੂ ਸਾਹਿਬ ਦੇ ਸਕਦੇ ਆ। ਮਹਾਰਾਜ ਨੇ ਜਿਹਨੂੰ ਖਿਤਾਬ ਗੁਰੂ ਸਾਹਿਬ ਨੇ ਦੇਣਾ ਅੰਤਰਾਤਮੇ ਮਿਲਦਾ, ਕਿਸੇ ਦੇ ਕਹਿਣ ਦੀ ਲੋੜ ਨਹੀਂ, ਕਿਸੇ ਦੇ ਦੱਸਣ ਦੀ ਲੋੜ ਨਹੀਂ ਹੈ। ਇਹ ਤਾਂ ਆਪਣੇ ਅੰਦਰਲੀ ਅਵਸਥਾ ਵੇਖਣੀ। ਮਹਾਰਾਜ ਨੇ ਕਿਹੜਾ ਕੇਵਲ ਮਹਾਰਾਜ ਸੱਚੇ ਪਾਤਸ਼ਾਹ ਕਦੀ ਕੋਈ ਕਿਤਾਬ ਦਿੰਦੇ, ਕਦੀ ਕੋਈ ਕਿਤਾਬ ਦਿੰਦੇ। ਜਿਹਨੂੰ ਬਾਣੀ ਸੁਣਨੀ ਆ ਗਈ ਉਹ ਸੰਤ ਹੁੰਦਾ ਹੈ। ਜਿਹਨੂੰ ਬਾਣੀ ਸੁਣਨੀ ਆ ਗਈ ਉਹ ਸੰਤ ਹੁੰਦਾ ਹੈ। ਜਿਸ ਦੇ ਹਿਰਦੇ ਦੇ ਵਿੱਚ ਹਮੇਸ਼ਾ ਖੇੜਾ ਹੁੰਦਾ ਹੈ, ਵਿਕਾਸ ਹੁੰਦਾ ਹੈ, ਉਹਨੂੰ ਭਗਤ ਕਿਹਾ ਜਾਂਦਾ। ਜਿਹੜਾ ਸਭਨਾਂ ਦਾ ਸੇਵਕ ਬਣ ਜਾਂਦਾ, ਜਨ ਉਸ ਨੂੰ ਕਿਹਾ ਜਾਂਦਾ। ਤੇ ਹੁਣ ਕੀ ਪਤਾ ਮਹਾਰਾਜ ਨੇ ਕਿਹਨੂੰ ਕਿਸ ਨਾਮ ਦੇ ਨਾਲ ਨਵਾਜਣਾ। ਇਹ ਪਾਵਰ ਬੰਦੇ ਨੂੰ ਨਹੀਂ ਦਿੱਤੀ ਹੋਈ, ਇਹ ਗੁਰੂ ਦੇ ਕੋਲ ਹੈ ਸਾਰੀ ਪਾਵਰ। ਗੁਰੂ ਹੀ ਕਿਰਪਾ ਕਰਦਾ। ਮਹਾਰਾਜ ਕਹਿੰਦੇ ਹਾਂ ਉਹਦੀ ਨਿਗਾਹ ਹੈ। ਤੇ ਗੁਰੂ ਦੀ ਨਿਗਾਹ ਜੇ ਲੈਣੀ ਹੈ, ਕਿਹੜੀ ਲੈਣੀ ਹੈ? ਗੁਰੂ ਦੀ ਨਿਗਾਹ ਦ੍ਰਿਸ਼ਟੀ ਵਿੱਚ ਹੈ ਸਾਰਾ ਕੁਝ। ਗੁਰੂ ਦੀ ਦ੍ਰਿਸ਼ਟੀ ਵਿੱਚ ਸਾਰਾ ਕੁਝ ਹੈ। ਤੂੰ ਕਿਹੜੀ ਦ੍ਰਿਸ਼ਟੀ ਲੈਣੀ ਹੈ? ਜਿੱਦਾਂ ਦੀ ਦ੍ਰਿਸ਼ਟੀ ਗੁਰੂ ਦੀ ਤੂੰ ਆਪਣੇ 'ਤੇ ਪਾਉਣੀ ਚਾਹੁੰਦਾ, ਤੂੰ ਉੱਦਾਂ ਦੀ ਆਪਣੀ ਸੋਚ ਕਰ ਲਾ। ਜਿਹਾ ਵੇਖੇ ਤੇਹਾ ਵੇਖ। ਜਿੱਦਾਂ ਦੀ ਤੂੰ ਆਪਣੀ ਸੋਚ ਕਰੇਗਾ, ਗੁਰੂ ਦੀ ਉੱਦਾਂ ਦੀ ਤੇਰੇ 'ਤੇ ਦ੍ਰਿਸ਼ਟੀ ਪੈ ਜੂ। ਜਿਸ 'ਤੇ ਗੁਰੂ ਦੀ ਦ੍ਰਿਸ਼ਟੀ ਪੈ ਗਈ, ਹੋਰ ਕਿਸੇ ਦੇ ਕਹਿਣ ਦੀ ਵੀ ਲੋੜ ਨਹੀਂ, ਹੋਰ ਕਿਸੇ ਦੀ ਦ੍ਰਿਸ਼ਟੀ ਦੀ ਲੋੜ ਹੀ ਨਹੀਂ ਰਹਿ ਜਾਂਦੀ। ਕਿਉਂ? ਗੁਰੂ ਦੀ ਨਿਗਾਹ। ਨਾਲੇ ਗੁਰੂ ਤਾਂ ਦਿਆਲੂ ਹੈ, ਉਹ ਦਇਆ ਕਰਦਾ, ਦਇਆ ਦਾ ਘਰ ਹੈ, ਉਹਦਾ ਦਾਤਾ ਵੰਡਣੇ ਵਾਲਾ। ਸਾਡੇ ਮਾੜੇ ਕਰਮ ਅਸੀਂ ਦਾਤ ਲੈ ਨਹੀਂ ਸਕਦੇ, ਫਿਰ ਅਸੀਂ ਕਰਮਾਂ 'ਤੇ ਆ ਜਾਂਦੇ ਹਾਂ। ਫਿਰ ਗੁਰੂ ਕਹਿੰਦੇ ਜੇ ਕਰਮਾਂ ਦੀ ਮਾਰ ਖਾਵੇ, ਉੱਥੇ ਤਾਂ ਚੋਟਾਂ ਆ, ਮੂੰਹੇ ਮੂੰਹ ਪਾਣਾ ਖਾਏ। ਕਰਮ ਕੀ ਆ? ਮੋਹ ਦੀਆਂ ਚੋਟਾਂ ਹੀ ਹੁੰਦੀਆਂ, ਉਹ ਚੋਟਾਂ ਹੀ ਪੈਂਦੀਆਂ ਸਾਰਿਆਂ ਦੇ ਉੱਤੇ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ, ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੂੰ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰੋ ਕਰ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਜਿਸ ਦੇ ਸੋ ਪਾਵੇ, ਸਦਾ ਸਿਵ ਸਲਾਹ ਤੇਰੀ ਨਾਮ ਮਨ ਬਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਿਸ਼ਾਨ ਸੁਖ ਮਰਿਆ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ।
ਵਾਜੇ ਪੰਜ ਸ਼ਬਦ ਤੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਨ ਖੋਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੈ ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਭਰਪੂਰੈ ਬੈਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਤੁਮਰਾ ਅੰਤ ਉਚੇਤੇ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਸੋ ਆਗਿਆਕਾਰੀ ਤੁਮ ਹੀ ਜਾਨੀ ਸਦਾ ਕੁਰਬਾਨੀ। ਚੜ੍ਹਦੀ ਕਲਾ ਤੇਰੀ ਪਾਣੇ ਸਰਬੱਤਾ ਬਖਸ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਰਾਗੇ ਆਪਣੀ ਕਾਲ ਕੀ ਤਵੈ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ
ਸਤਿਗੁਰਾਂ ਕੀ ਦੇਹ ਕੋ ਸ਼ਬਦ ਮੈਂ ਲੇ ਆਕੀ ਰਹੇ ਨਾ ਕੋਏ ਬੱਚੇ ਸ਼ਰਨ ਜੋ ਹੋਏ ਕੜੇ ਸੁਤਰੇ ਪਾਰ ਗੁਰਬਾਉਰ ਉਤਾਰਨਾ ਹਾਰ ਕਲਗੀ ਸੋ ਹੈ ਸੀਸ ਕਲਗੀ ਧਰ ਜਗਦੀਸ਼ ਸਤਿ ਸ੍ਰੀ ਅਕਾਲ ਖਾਲਸਾ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ। ਸੁਕਾਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਹੁੰਦੀ ਨੂਰੀ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਬਿਲਾਵਲ ਮਹਲਾ ਪੰਜਵਾ। ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ। ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ। ਸੁਣ ਸੁਣ ਜੀਵੈ ਦਾਸ ਤੁਮ ਬਾਣੀ ਜਨ ਆਖੀ। ਪ੍ਰਗਟ ਪਈ ਸਭ ਲੋ ਮਹਿ ਸੇਵਕ ਕੀ ਰਾਖੀ। ਰਹਾਉ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ। ਅੰਮ੍ਰਿਤ ਨਾਮ ਜਲ ਸੰਚਿਆ ਗੁਰ ਭੈ ਸਹਾਈ। ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ। ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ। ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ। ਮਤ ਕੋਈ ਜਾਣੋ ਅਵਰ ਕਛ ਸਭ ਪ੍ਰਭ ਕੈ ਹਾਥ। ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।